ਮੈਂ ਉਹ ਗਿੱਲਾ ਕਾਗਜ਼ ਜਿਹਨੂੰ ਲਿਖੇ ਨਾ ਕੋਈ ਬਾਲੇ। ਮੈਂ ਉਹ ਗਿੱਲਾ ਕਾਗਜ਼ ਜਿਹਨੂੰ ਲਿਖੇ ਨਾ ਕੋਈ ਬਾਲੇ। ਰੂੜੀ ਰੂੜੀ ਟੁਰ ਕੇ ਆਪਣਾ ਸਾਰਾ ਜੀਵਨ ਗਾਲੇ। ਤੇ ਮੈਂ ਉਹ ਥਲ ਦਾ ਬੱਦਲ ਜਿਹਦੇ ਆਪਣੇ ਬੁੱਲ ਨੇ ਦੱਸੇ। ਨਾ ਉਹ ਕਿਧਰੇ ਗੜਗੜ ਗੱਜੇ ਨਾ ਉਹ ਕਿਧਰੇ ਵਸੇ। ਤੇ ਮੈਂ ਚੁੱਲ੍ਹੇ ਦੀ ਭੁੱਬਲ ਜਿਹਦੇ ਲੇਖ 'ਚ ਇੱਟਾਂ ਰੋੜੇ। ਅੰਦਰੇ ਅੰਦਰੀ ਧੁਖਦੀ ਰਹਿੰਦੀ ਜੂੰ ਪਿੰਡੇ ਦੇ ਫੋੜੇ। ਤੇ ਮੈਂ ਅੰਬਰ ਦਾ ਤਾਰਾ ਜਿਹੜਾ ਆਪਣੀ ਗੋਤ ਨੂੰ ਭੁੱਲਿਆ। ਅਸਮਾਨਾਂ ਤੋਂ ਥੱਲੇ ਡਿੱਗਿਆ ਮਿੱਟੀ ਦੇ ਵਿੱਚ ਰੁਲਿਆ। मिट्टी दे विच रुलिया। अस्सलाम वालेकुम नाज़रीन, आप देख रहे हैं नया रंग स्टूडियो और मैं हूं वकील बलोच। आज हम आपकी मुलाकात जिस शख्सियत से करवाने जा रहे हैं उनके कई तारुफ़ हैं। वो गवर्नमेंट कॉलेज में प्रोफेसर हैं, बच्चों को हिसाब किताब पढ़ाते हैं। इसके साथ साथ वो FM रेडियो पे एक बहुत ही हर दिल अज़ीज़ और पसंदीदा मेज़बान हैं और पंजाबी ज़बान के मकबूल शुरा में उनका शुमार होता है। उनकी 3 किताबें छप चुकी हैं, एक किताब इंडिया से छप चुकी है। इसके साथ साथ वो बेशुमार एजाज़ात और एवार्ड्स हासिल कर चुके हैं। हम आपकी मुलाकात करवाते हैं जनाब सगीर तबस्सुम साहब से। सगीर तबस्सुम साहब आज की इस मजलिस में हमारे साथ हैं, आइए उनसे बात करते हैं। अस्सलाम वालेकुम सर। वालेकुम अस्सलाम। सर तुहाडे बहुत सारे तारुफ ने, एज ए उस्ताद, एज ए शायर, एज ए FM रेडियो ते तुसी एज ए एंकर मेज़बान प्रोग्राम करते हो। बहुत सारे लोग तुहाडे चाहण वाले ने। ते मैं तुहाडे कोलों पहला सवाल ये करना चाहना कि सगीर तबस्सुम दे बहुत सारे हवालों चों तुसी सगीर तबस्सुम नूं किस हवाले नाल मुतारफ करवाओगे? मैं सगीर तबस्सुम ਨੂੰ ਬਜ਼ਾਹਿਰ ਇੱਕ ਜਿਹੜਾ ਹੈ ਖਿਲ ਰਿਹਾ ਹੋਇਆ ਕਰੈਕਟਰ ਜਿਹੜਾ ਹੈ ਮੁਆਸ਼ਰੇ ਦਾ, ਉਹ ਸਮਝਦਾ ਮੈਂ ਕਿ ਉਹ ਐਟ ਅ ਟਾਈਮ ਬਹੁਤ ਸਾਰੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰ ਲੈਂਦਾ ਹੈ। ਉਸ ਨੂੰ ਬਾਜ਼ ਔਕਾਤ ਆਪਣੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਲੱਭਦਾ। ਬਾਜ਼ ਔਕਾਤ ਉਹ ਲੁਕਾਈ 'ਚ ਇਤਨਾ ਗਵਾਚ ਜਾਂਦਾ ਹੈ। ਬਾਜ਼ ਔਕਾਤ ਉਸ ਦੀਆਂ ਸੋਚਾਂ ਇਤਨੀਆਂ ਖਿਲਰ ਜਾਂਦੀਆਂ ਹਨ ਕਿ ਉਸ ਨੂੰ ਰੋਕ ਕੇ ਹਿਲਾ ਕੇ ਕਹਿਣਾ ਪੈਂਦਾ ਹੈ ਕਿ ਸੋਚਾਂ ਕਿਧਰੇ ਪਾਸੇ ਰੱਖ, ਬੁੱਲੀਆਂ ਉੱਤੇ ਹਾਸੇ ਰੱਖ। ਤੇ ਇਨਸਾਨ ਜਿਹੜਾ ਹੈ ਉਸ ਦੀ ਲਾਈਫ ਬੜੀ ਮਹਦੂਦ ਹੈ। ਮੇਰਾ ਇਹ ਨਜ਼ਰੀਆ ਹੈ ਕਿ ਜੋ ਕੁਝ ਕਰਨਾ ਹੈ ਉਹ ਇਸੇ ਲਾਈਫ ਦੇ ਅੰਦਰ ਤੁਸੀਂ ਜ਼ਿੰਦਗੀ ਦੇ ਅੰਦਰ ਕੁਝ ਐਸਾ ਕੁਝ ਕਰਕੇ ਜਾਣਾ ਹੈ ਕਿ ਜੋ ਕੁਛ ਐਡੀਸ਼ਨ ਹੋਏ। ਤੁਸੀਂ ਚਲੇ ਵੀ ਜਾਓ ਤੇ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਨਾਂ ਕਿਸੇ ਹਵਾਲੇ ਨਾਲ, ਉਹ ਹਵਾਲਾ ਡੈਫੀਨੇਟਲੀ ਇੱਕ ਹਰ ਸ਼ਖਸ ਚਾਹੁੰਦਾ ਕਿ ਅੱਛਾ ਹੋਵੇ ਤੇ ਉਹ ਹਵਾਲਾ ਜਿਹੜਾ ਹੈ ਉਹ ਬਾਅਦ ਦੇ ਵਿੱਚ ਵੀ ਜ਼ਿੰਦਾ ਰਹੇ। ਇਸੇ ਲਈ ਮੈਂ ਮੁਖਤਲਿਫ ਜਿਹੜਾ ਹੈ ਐਕਟੀਵਿਟੀਜ਼ 'ਚ ਮਸਰੂਫ ਰਹਿਣਾ। ਮੈਂ ਆਪਣੀ ਅਗਰ ਸਰਗਰਮੀਆਂ ਗਿਣਵਾਵਾਂਗਾ ਤੇ ਉਹ ਇੱਕ ਕਾਫੀ ਜ਼ਿਆਦਾ ਹੋ ਜਾਣਗੀਆਂ। ਬਸ ਮੇਨ ਇਹੀ ਹੈ ਕਿ ਜੀ ਮੈਂ ਆਪਣੇ ਆਪ ਨੂੰ ਇੱਕ ਡਿਸਿਪਲਿਨਡ ਇਨਸਾਨ, ਜਿਸ ਨੂੰ ਸਿਵਲਾਈਜ਼ਡ ਸੁਸਾਇਟੀ ਦਾ ਇੱਕ ਰੁਕਨ ਕਿਹਾ ਜਾਂਦਾ ਹੈ, ਉਹ ਵੇਖਣਾ ਚਾਹੁੰਦਾ। ਤੇ ਇੱਕ ਆਪਣੀਆਂ ਲਿਖਤਾਂ ਦੇ ਰਾਹੀਂ ਮੈਂ ਕੁਝ ਐਸਾ ਕੰਟਰੀਬਿਊਟ ਕਰਨਾ ਚਾਹੁੰਦਾ ਕਿ ਉਹ ਇਸ ਮੁਆਸ਼ਰੇ 'ਚ ਪੜ੍ਹਨ ਵਾਲੇ ਨੂੰ ਸੈਟਿਸਫੈਕਸ਼ਨ ਦੇ ਨਾਲ ਉਹ ਸਾਡੇ ਪਿਸੇ ਹੋਏ ਤਬਕੇ ਦੀ ਆਵਾਜ਼ ਨੂੰ ਬੁਲੰਦ ਕਰੇ। ਇਹ ਮੇਰਾ ਮੇਨ ਸ਼ਗਲ ਇਹੀ ਹੈ। ਇਸੇ ਲਈ ਮੈਂ ਲਿਖਦਾ ਰਹਿਣਾ, ਕੁਝ ਨਾ ਕੁਝ ਲਿਖੀਦਾ ਹੈ। 2010 ਤੋਂ ਮੈਂ ਪ੍ਰੋਪਰ ਮੇਰੀ ਕਿਤਾਬ ਪਹਿਲੀ ਆਈ ਸੀ ਜਦੋਂ ਕੈਦੀ ਸੁਫਨੇ। 2010 ਤੋਂ ਬਾਅਦ ਉਹਦਾ ਦੂਜਾ ਐਡੀਸ਼ਨ 2011 'ਚ ਪਬਲਿਸ਼ ਹੋਇਆ। ਫਿਰ ਇੱਕ 7-8 ਸਾਲਾਂ ਦਾ ਗੈਪ ਹੈ। 2018 'ਚ ਮੇਰੀ ਕਿਤਾਬ ਜਿਉਂਦੀਆਂ ਮਰਦੀਆਂ ਆਸਾਂ ਪਬਲਿਸ਼ ਹੋਈ। ਬਸ ਉਹ ਕਿਤਾਬ ਕਾਫੀ ਮਾਰਕੀਟ 'ਚ ਪਸੰਦ ਕੀਤੀ ਗਈ। ਉਸ 'ਤੇ ਕੋਈ 10 ਦੇ ਕਰੀਬ ਐਵਾਰਡਸ ਮਿਲੇ ਪਾਕਿਸਤਾਨ ਦੇ, ਮਸੂਦ ਖੱਦਰ ਪੋਸ਼ ਸਮੇਤ।
ਇੰਡੀਆ 'ਚ ਫਿਰ ਕਿਤਾਬ ਮੇਰੀ ਪਬਲਿਸ਼ ਹੋਈ ਕੂੰਜਾਂ ਵਿਛੜਨ ਵਾਲੀਆਂ ਨੇ, ਉਹ 2020 'ਚ ਹੋਈ, ਪਿਛਲੇ ਸਾਲ। ਫਿਰ ਪਿਛਲੇ ਸਾਲ ਹੀ ਇੱਕ ਇੰਤਖਾਬ ਪਬਲਿਸ਼ ਹੋਇਆ ਅਰਜ਼ਪ੍ਰੀਤ ਜੀ ਦੀਆਂ ਮੁਹੱਬਤਾਂ ਦੇ ਨਾਲ, ਉਸ 'ਚ ਵੀ ਜਿਹੜਾ ਹੈ ਮੇਨ ਜਿਹੜਾ ਸ਼ੌਰਾ 'ਚ ਮੇਰਾ ਕਲਾਮ ਪਬਲਿਸ਼ ਹੋਇਆ। ਤੇ ਇਹੀ ਹੈ ਸਰ ਕਿ ਮੈਂ ਚਾਹ ਰਿਹਾ ਕਿ ਲਿਖਣ ਪੜ੍ਹਨ ਦਾ ਕੰਮ ਥੋੜ੍ਹਾ ਬਹੁਤ ਹੈ, ਚੱਲਦਾ ਰਹਿਣਾ ਚਾਹੀਦਾ। ਦੁਨੀਆ ਦੇ ਸਟੇਜ ਤੇ ਜਿੱਥੇ ਤੱਕ ਮੈਨੂੰ ਤਾਰਫ ਹੈ ਤੁਹਾਡੇ ਨਾਲ, 3 ਕਿਰਦਾਰ ਤੁਸੀਂ ਅਦਾ ਕਰ ਰਹੇ ਹੋ, ਉਸਤਾਦ ਦਾ, ਸ਼ਾਇਰ ਦਾ ਤੇ ਆਰਜੇ ਦਾ। ਤੁਹਾਨੂੰ ਕਿਹੜਾ ਕਿਰਦਾਰ ਪਸੰਦ ਹੈ? ਮੈਨੂੰ ਜਿਹੜਾ ਕਿਰਦਾਰ ਪਸੰਦ ਹੈ ਉਹ ਬਤੌਰ ਸ਼ਾਇਰ ਦੇ ਨਾਲ ਨਾਲ ਮੈਨੂੰ ਜ਼ਿਆਦਾ ਜਿਹੜਾ ਹੈ ਉਹ ਉਸਤਾਦ ਦਾ ਜਿਹੜਾ ਹੈ ਉਹ ਇਸ ਲਈ ਪਸੰਦ ਹੈ ਕਿ ਮੇਰੇ ਕੋਲ ਇੱਕ ਸਟਫ ਮੌਜੂਦ ਹੁੰਦਾ ਹੈ ਆਪਣਾ ਕਥਾਰਸਿਸ ਕਰਨ ਦਾ। ਕਥਾਰਸਿਸ ਤੇ ਮੈਂ ਆਪਣੇ ਸਟੂਡੀਓ 'ਚ ਵੀ ਕਰ ਸਕਦਾ। ਖੈਰ ਹੁਣ ਤੇ ਸੋਸ਼ਲ ਮੀਡੀਆ ਤੇ ਤੁਸੀਂ, ਤੁਹਾਡੇ ਬਹੁਤ ਜ਼ਿਆਦਾ ਆਡੀਅנס ਜ਼ਿਆਦਾ ਹੈ, ਤੁਹਾਡੇ ਵਿਊਅਰਸ ਬਹੁਤ ਜ਼ਿਆਦਾ ਨੇ, ਲੇਕਿਨ ਉਹ ਮੇਰਾ ਸਟਾਰਟ ਜਿਹੜਾ ਹੈ ਆਪਣੇ ਆਪ ਨੂੰ ਬੋਲਣਾ ਜਿੱਥੋਂ ਮੈਂ ਸਿੱਖਿਆ ਹੈ ਉਹ ਮੇਰਾ ਉਹ ਲੈਕਚਰਸ਼ਿਪ ਦੀ ਜੌਬ ਦਾ ਹੈ। ਤੇ ਉਹ ਜਿਹੜੀ ਦਰਸੋ ਤਦਰੀਸ ਹੈ ਉਸ ਦੇ ਉੱਤੇ ਬਹੁਤ ਜ਼ਿਆਦਾ ਇਨਸਾਨ ਨੂੰ ਮੌਕਾ ਮਿਲਦਾ ਹੈ। ਮੈਂ ਮਾਸਟਰ ਲੈਵਲ ਤੱਕ ਦੇ ਸਟੂਡੈਂਟਸ ਦੇ ਨਾਲ ਗੱਲਬਾਤ ਕਰਨਾ ਹਾਂ, ਇੱਕ ਡੇਲੀ ਤਿਆਰ ਹੋ ਕੇ ਜਾਣਾ ਪੈਂਦਾ ਹੈ। ਮੈਂਟਲੀ ਤੁਸੀਂ ਆਪਣੀ ਗੱਲ ਨੂੰ, ਆਪਣੇ ਲੈਕਚਰ ਨੂੰ ਪ੍ਰੀਪੇਅਰ ਕਰਕੇ ਜਾਂਦੇ ਹੋ, ਤੇ ਉਹ ਇੱਕ ਜ਼ਿਆਦਾ ਰਿਸਪੈਕਟਡ ਜਿਹੜਾ ਹੈ ਉਹ ਪ੍ਰੋਫੈਸ਼ਨ ਹੈ। ਤੇ ਸ਼ਾਇਰੀ ਤੇ ਫਿਰ ਟਾਈਮ, ਵਕਤ, ਦਿਨ, ਸਾਲ, ਮਹੀਨਾ ਕੁਛ ਨਹੀਂ ਵੇਖਦੀ। ਸਹੀ। ਸ਼ਾਇਰੀ ਤਾਂ ਹੈ ਕਿ ਅਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਪਹਿਲੇ ਸੁਰਤ ਗਵਾਣੀ ਪੈਂਦੀ ਹੈ। ਇੱਕ ਅੱਖ ਨੂੰ ਲੋਰੀ ਦੇਨੇ ਆ, ਇੱਕ ਅੱਖ ਜਗਾਣੀ ਪੈਂਦੀ ਹੈ। ਕਈ ਰਾਤਾਂ ਕੋਟ ਕੇ ਪੀਨੇ ਆ, ਕਦੀ ਮਰਨੇ ਆ ਕਦੀ ਜੀਨੇ ਆ, ਫਿਰ ਸੋਚ ਹੁਲਾਰੇ ਖਾਂਦੀ ਹੈ। ਕਦੀ ਤਾਰਿਆਂ ਤੇ ਜਾ ਬਹਿੰਦੀ ਹੈ, ਕਦੀ ਮੋਰਾਂ ਵਾਂਗਰ ਨੱਚਦੀ ਹੈ, ਕਦੀ ਠਰ ਜਾਂਦੀ ਹੈ ਸੁਪਨਿਆਂ ਵਾਂਗ, ਕਦੀ ਅੱਗ ਦੇ ਵਾਂਗਰ ਭਖਦੀ ਹੈ, ਕਦੀ ਵੇਖਦੀ ਮਸਤ ਕਲੰਦਰਾਂ ਨੂੰ, ਕਦੀ ਜ਼ਾਹਿਰ ਨੂੰ ਕਦੀ ਅੰਦਰਾਂ ਨੂੰ, ਕਦੀ ਅੱਗ ਦੇ ਲਾਲ ਸਮੁੰਦਰਾਂ ਨੂੰ, ਕਦੇ ਨੋਹੇ ਪੜਦੀ ਲਾਸ਼ਾਂ ਤੇ, ਕਦੀ ਜਿਉਂਦੀਆਂ ਮਰਦੀਆਂ ਆਸਾਂ ਤੇ। ਆਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਅਸਾਂ ਕੱਲਿਆਂ ਬਹਿ ਕੇ ਚੀਕਨੇ ਆ, ਅਸਾਂ ਇੰਜ ਹਯਾਤੀ ਲੀਕਨੇ। ਇਹ ਸ਼ਾਇਰੀ, ਇਸ ਦਾ ਕੋਈ ਵਕਤ ਨਹੀਂ ਹੈ। ਪ੍ਰੋਫੈਸ਼ਨ ਤੇ ਇੱਕ ਅਰਨਿੰਗ ਦਾ ਜ਼ਰੀਆ ਹੈ ਨਾ। ਇਹ ਸ਼ਾਇਰੀ ਜਿਹੜਾ ਹੈ ਤੁਹਾਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੀ। ਇਹ ਬਾਜ਼ ਔਕਾਤ ਤੁਹਾਨੂੰ ਐਸੇ ਖਾਬ ਵਿਖਾਉਂਦੀ ਹੈ ਕਿ ਤੁਸੀਂ ਬੜੀ ਮਿੱਠੀ ਨੀਂਦਰੇ ਸੌ ਜਾਂਦੇ ਹੋ। ਸ਼ਾਇਰ ਬੜਾ ਹਸਾਸ ਹੁੰਦਾ ਹੈ। ਉਹ ਮੇਰਾ ਇੱਕ ਸ਼ੇਰ ਹੈ ਕਿ ਇੰਜ ਥਾਂ ਥਾਂ ਦਿਲ ਨੂੰ ਖੋਲ੍ਹਦੇ ਨਹੀਂ, ਤੁਸੀਂ ਬੋਲਦੇ ਹੋ ਅਸੀਂ ਬੋਲਦੇ ਨਹੀਂ, ਜਿਹਦੇ ਨਾਲ ਟੁਰਨ ਦਾ ਸੋਚ ਲਿਆ ਸਿਰ ਕੱਟ ਜਾਵੇ ਫਿਰ ਡੋਲਦੇ ਨਹੀਂ। ਤੇ ਲਿਖਿਆ ਹੋਇਆ ਕਿ ਅਸਾਂ ਸ਼ਾਇਰ ਪਿਆਰ ਦੇ ਸ਼ਾਇਰ ਹਾਂ, ਅਸੀਂ ਜ਼ਹਿਰ ਦਿਲਾਂ ਵਿੱਚ ਘੋਲਦੇ ਨੇ। ਤੇ ਇਹ ਜਿਹੜੀ ਫੀਲਿੰਗਸ ਨੇ, ਜਿਹੜੀ ਇਹ ਇੱਕ ਸ਼ਾਇਰੀ ਦਾ ਇੱਕ ਆਪਣਾ ਜਿਹੜਾ ਹੈ ਸਟਾਈਲ ਹੈ ਕਿ ਇਨਸਾਨ ਨੂੰ ਜਦੋਂ ਵੀ ਕੋਈ ਆਮਦ ਦਾ ਸਿਲਸਿਲਾ ਹੁੰਦਾ ਹੈ, ਕਲਮ ਚੁੱਕਦਾ ਹੈ, ਤੇ ਉਹ ਫਿਰ ਉਸ ਨੂੰ ਵੱਖਰੀ ਇੱਕ ਸੈਟਿਸਫੈਕਸ਼ਨ, ਤਸਕੀਨ ਮਿਲਦੀ। ਸਰ ਜੀ, ਫਨੀ ਜ਼ਿੰਦਗੀ ਤੇ ਗੱਲ ਕਰਾਂ ਤੋਂ ਪਹਿਲੇ ਮੈਂ ਜਨਾਬ ਕੋਲੋਂ ਇਹ ਪੁੱਛਣਾ ਚਾਹਾਂਗਾ ਕਿ ਬਚਪਨ ਕਿੱਥੇ ਗੁਜ਼ਰਾ, ਕਿਹੜੇ ਹਾਲਾਤ ਵਿੱਚ ਗੁਜ਼ਰਾ, ਤੇ ਉਦੋਂ ਦੇ ਕੀ ਹਾਲਾਤ ਸੀ? ਕੁਝ ਆਪਣੀਆਂ ਯਾਦਾਂ ਸ਼ੇਅਰ। ਬਚਪਨ ਜੀ ਮੇਰਾ ਬਹਾਵਲ ਨਗਰ ਹੀ ਕੁਰੇਸ਼ ਕਾਲੋਨੀ ਦੀਆਂ ਗਲੀਆਂ, ਗਰਾਊਂਡਾਂ ਤੇ ਉਹਦੀਆਂ ਜਿਹੜਾ ਹੈ ਯਾਦਾਂ ਅੱਜ ਵੀ ਨੇ ਗੁਜ਼ਰਦੀਆਂ। ਉੱਥੇ ਬਹੁਤ ਅੱਛਾ ਵਕਤ ਗੁਜ਼ਰਿਆ ਹੈ। ਸਾਡੀ ਤਾਂ ਖੇਡਾਂ ਇਹੀ ਬੰਟੇ, ਪਾਪੇ, ਅਖਰੋਟ, ਲਾਟੂ, ਵਾਂਝੂ ਤੇ ਇਹ ਫੁੱਟਬਾਲ, ਕ੍ਰਿਕਟ, ਇਹ ਚੀਜ਼ਾਂ ਖੇਡਦੇ ਸਨ। ਤਾਂ ਜ਼ਿਆਦਾ ਵਕਤ ਖੇਡਣ 'ਚ ਹੀ ਗੁਜ਼ਰਦਾ ਸੀ। ਫਿਕਰ ਤੇ ਕੋਈ ਕੰਮ ਕਾਰ ਦੀ ਹੁੰਦੀ ਨਹੀਂ ਸੀ। ਲੇਕਿਨ ਵਾਲਦ ਸਾਹਿਬ ਮੇਰੇ ਮਜ਼ਦੂਰ ਸਨ, ਉਹ ਨਲਕੇ ਲਗਾਉਂਦੇ ਸਨ, ਤੇ ਉਹ ਬਾਜ਼ ਔਕਾਤ ਮੈਨੂੰ ਲੈ ਜਾਂਦੇ ਸੀ ਨਲਕੇ ਲਗਵਾਉਣ, ਤੇ ਮੈਂ ਨਾਲ ਸਕੂਲੋਂ ਆ ਕੇ ਚਲਾ ਜਾਂਦਾ ਸੀ। ਤੇ ਉਹ ਵਕਤ ਜਿਹੜਾ ਹੈ ਉਹ ਉਸ ਟਾਈਮ ਤਾਂ ਪੜ੍ਹਨ ਦਾ ਵੀ ਨਹੀਂ ਪਤਾ ਸੀ ਕਿ ਪੜ੍ਹਨਾ ਕਿਵੇਂ, ਲੇਕਿਨ ਹਾਦਸਾਤੀ ਤੌਰ ਤੇ ਉਸ ਕਾਲੋਨੀ 'ਚ ਰਹਿ ਕੇ ਅਸੀਂ ਮੈਟ੍ਰਿਕ ਕੀਤਾ ਹੈ।
बस फिर इंटर किया है औखे सौखे, फिर बहावलपुर चले गए, उत्थे ग्रेजुएशन किया BCom। फिर कुछ अरसा कुछ फॉरन एक कंपनी सी ऑर्गेनाइजेशन NGO, ਉਹਦੇ ਵਿੱਚ कोई 1-2 साल काम किया। फिर M.Com मुल्तान करन चले गए, उत्थों M.Com किया। फिर इत्थे आके बस उदों दे शादी हो गई, बाला साहब की डैथ हो चुकी सी ते बस फिर कोलू दे बैल की तरह साडा कच दा पिंडा उसने रिज़्क दे पारे संगला अंदर इस तरह कस के बन्निया है। ना हुण याद जवानी रहिंदी, ना सावां दी गर्मी, ना मखमल दे पिंडे दिसन, ना होठां दी नरमी। असां ते खूह दे बलदां वांगू अखां उत्ते खोपे चाड़ के चक्कर खाए जाने, डंग टपाए जाने। सर तुसी जिस तरह दस रहे हो कि BCom किया, M.Com किया, फाइनांस पढ़ाते हो, ये हिंदसा दे गोरख धंधे तो तुसी शायरी वाल हसास ते लफ्ज़ां दा खेल, ये सफ़र किवें तय होया? ये अक्सर मेरे तो सवाल पूछा जाता है। इंडिया सीमा ग्रीवाल जी हैं शायरा, वो दुआबा रेडियो ते उन्होंने मेरे इंटरव्यू जो एक गल पूछी तो उदों क्योंकि उस इंटरव्यू गल जरा वो रिजेंबलेंस हुई तो मैं उन्होंने नाम कोट कर दिंदा हुन्ना। अकाउंटिंग च बेसिकली ये अज़राए तफन्नुन है जवाब। अकाउंटिंग दे अंदर भी डेबिट क्रेडिट हुंदा है, यानी एक साइड डेबिट है तो दूसरी क्रेडिट, वो बराबर होनी चाहिए। तो शायरी दे अंदर जो गज़ल की गल करते हैं तो ओदी भी औज़ान की जिहड़ी है वो जिहड़ी तुसी पहला मिसरा किया उसे वज़न ते दूसरा मिसरा होना चाहिए। तो ये तो सी अज़राए तफन्नुन। लेकिन जिहड़ा है शायरी सीरीयस जवाब यहो है कि शायर जिहड़ा है वो या हुंदा है या नहीं हुंदा। तो बाय बर्थ जिहड़ा है शायर हुंदा है, उसनू इदराक उम्र के किसी भी हिस्से च आके हो जाता है। तो शायरी तो सी अंदर खून दे, लेकिन उसका एहसास जाके होया ग्रेजुएशन तो बाद। ग्रेजुएशन तो पहले कुछ कागज़ काले करते रहंदे सी आपे स्टूडेंट लाइफ च, लेकिन वो जिहड़े टैक्नीकलिटीज़ सन कि फ़नी लिहाज नाल तुसी नज़म किस तरह कहनी, गज़ल किस तरह कहनी, तो उसका नहीं सी पता। ये फिर बाद च जदों बकायदा असातिज़ा दे नाल बैठे, गपशप लगाई, सीखिया, गुफ्तगू की ते अंदाज़ा होया। तो लेकिन ऐ कि शायरी शुरू तो ही जिहड़ा है एक खून दे अंदर महसूस होंदी सी। जी, मेरा यह सवाल अगे हो सकता सी, लेकिन तुसी खुद ही जवाब दिता है कि एक अक्सर गल की जाती है कि शायर बाई बर्थ होंदा है या मेहनत करके भी बना जा सकता है। वैसे तुसी कुछ जवाब देते, लेकिन फिर भी मेरा सवाल है क्योंकि कुछ लोग कहते हैं कि बल्कि आजकल किताबां भी छप रही हैं, शायर बनाने के तरीके दसे जाते हैं, वो सारिया चीज़ां। इनू दोबारा मैं थोड़ा जिहा मुख्तसर मैं समझ गया जी थोड़ी गल नूं। साडे सुनन वाले वेखन वाले भी इस गल नूं समझते हैं कि ये एक ऐसा आर्ट नहीं है कि तुसी किसी तो तरबीयत लैके तुसी उसनूं बकायदा उस ते कमाल हासिल करो। साडे शोरा च बहुत कुछ शायर ऐसे हैं जिहड़े फनी लिहाज नाल ना वो बहुत मजबूत ने, उन्हां कोल नॉलेज बहुत है। बहरा हुंदियां ने ना बिलखसूस उर्दू शायरी दे अंदर, वो जदों बहरा नूं मुख्तलिफ बहूर दे अंदर अपने गज़लां कह लैंदे ने, लेकिन उन्हां दे वो गज़ल क्योंकि अंदरों नहीं निकली हुंदी, वो एक तैयार कीती हुंदी है। जिवें शायरां दे मिस्त्री होण, इन्हां नूं असीं कहने आ शायरां दे मिस्त्री। वो इस कप नूं बनाउण दी तरह वो शेर दे उस हैत नूं ते बना लैणगे, गज़ल नूं ते बना लैणगे, लेकिन सर गज़ल इत्थों जदों तक नहीं निकलेगी वो गज़ल अगले नूं इंस्पायर नहीं करेगी। गज़ल दे अंदर बरजस्तगी, शेर दे अंदर बरजस्तगी, मुलायमत, नगमगीयत, तरन्नुम, मौसीकियत, ये वो चीज़ां ने जड़ियाँ कि एक मिस्त्री वो अपने कोल सीख के नहीं पा सकता। घड़ियां नहीं जा सकती, घड़ियां तुहानूं यह तो सिखाया जा सकता है कि रदीफ ए है, काफिया ए है। ए तो मैनू कोई सिखा सकता है कि रदीफ काफिए नूं इस तरह वरतना है, लेकिन कोई यह नहीं सिखा सकता कि इस दे अंदर ख्याल किस पाए दा होवे, इस दे अंदर किस पाए दी गुफ्तगू, तुसी मजमून किस तरह बनोगे, किस लोगों नूं सहले मुमतना कहा जाता है कि जिहड़ा ना बिल्कुल
ਦੇਖਣ ਨੂੰ ਆਸਾਨ ਗੱਲ ਲੱਗੇ, ਲੇਕਿਨ ਜਿਸ ਵੇਲੇ ਤੁਸੀਂ ਉਸ ਗੱਲ ਨੂੰ ਕਹਿਣਾ ਚਾਹੋ ਉਹ ਤੁਹਾਡੇ ਤੋਂ ਨਾ ਹੋ ਸਕੇ। ਇਸ ਨੂੰ ਸਹਿਲੇ ਮੁਮਤਨਾ ਕਿਹਾ ਜਾਂਦਾ ਸ਼ਾਇਰੀ ਦੇ ਵਿੱਚ। ਲੇਕਿਨ ਉਹ ਚੀਜ਼ ਜਿਹੜੀ ਬਰਜਸਤਗੀ ਹੈ, ਬੇਸਾਖਤਗੀ ਹੈ, ਜਾ ਸੀਨੇ ਦੇ ਵਿੱਚ ਵੱਜਦਾ ਜੇ ਮਿਸਰਾ ਹੋਵੇ ਚੱਜ ਦਾ। ਤੇ ਉਹ ਚੀਜ਼ ਜਿਹੜਾ ਹੈ ਨਾ, ਉਹ ਸ਼ਾਇਰੀ ਦੇ ਵਿੱਚ ਤੁਸੀਂ ਲਿਆ ਨਹੀਂ ਸਕਦੇ। ਉਸ ਨੂੰ ਜਿਹੜਾ ਹੈ ਨਾ ਬਾਏ ਬਰਥ ਦਾ ਜਿਹੜਾ ਬਲੱਡ ਦੇ ਅੰਦਰ ਜਿਹਦੇ ਹੈ ਉਹੀ ਇਹ ਚੀਜ਼ ਕਹਿ ਸਕਦਾ ਹੈ। ਸ਼ਿਵ ਕੁਮਾਰ ਨੂੰ ਮੈਂ ਇੱਥੇ ਇਸ ਲਈ ਕੋਟ ਕਰਨਾ ਚਾਹਾਂਗਾ ਕਿ ਸ਼ਿਵ ਕੁਮਾਰ ਜਿਹੜੀ ਚੀਜ਼ ਕਹਿੰਦਾ ਸੀ ਤੇ ਇੱਕ ਤੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਤੇ ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਂਦੀ ਨੇ ਧਿਆਨ ਜਦੋਂ ਮਾਰਿਆ। ਉਹ ਜਿਹੜੀ ਗੱਲ ਸੀ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰਿੜਕ ਪਵੇ, ਤੇ ਇਹ ਸ਼ਿਵ ਕੁਮਾਰ ਤੇ ਉਸ ਵੇਲੇ ਜਿਹੜਾ ਨਾ ਤਨਕੀਦ ਤਰੱਕੀ ਪਸੰਦ ਤਨਜ਼ੀਮਾਂ ਨੇ ਕੀਤੀ ਸੀ ਕਿ ਕੀ ਵਿਛੋੜਾ ਹਿਜਰ ਤੇ ਮੁਹੱਬਤ ਦੀਆਂ ਸ਼ਾਇਰੀ ਕਰਦਾ ਰਹਿੰਦਾ। ਇਹ ਅੱਜ ਕੱਲ੍ਹ ਵਕਤ ਤਬਦੀਲ ਹੋ ਗਿਆ, ਲੇਕਿਨ ਉਹ ਆਪਣੇ ਸ਼ੇਰ ਜਿਹੜੀ ਉਸ ਦੀ ਕੈਫੀਅਤ ਸੀ ਉਸੇ 'ਚ ਕਹਿੰਦਾ ਆਇਆ। ਅੱਜ ਵੀ ਕੁਝ ਲੋਕ ਹੈ ਡਿਵਾਈਡਡ ਨੇ, ਕੁਝ ਲੋਕਾਂ ਦਾ ਖਿਆਲ ਹੈ ਕਿ ਜੀ ਨਹੀਂ, ਉਹਨਾਂ ਨੂੰ ਸੋਚ ਕੇ ਸ਼ਊਰ ਦੇ ਨਾਲ ਲਿਖਣਾ ਚਾਹੀਦਾ, ਉਹ ਜ਼ਮਾਨੇ ਦੇ ਮਸਾਇਲ ਨੂੰ ਡਿਸਕਸ ਕਰਨ। ਲੇਕਿਨ ਕੁਝ ਸ਼ੌਰਾਂ ਨੇ ਉਹਨਾਂ ਦੇ ਖੂਨ 'ਚ ਇੱਕ ਮੁਹੱਬਤ ਜਿਹੜੀ ਜੈਨੂਅਨ ਇੱਕ ਚੀਜ਼ ਉਤਰ ਰਹੀ ਹੈ ਫਿਤਰੀ, ਉਹੀ ਕਹਿੰਦੇ ਨੇ। ਤੇ ਸ਼ਾਇਰ ਅਸਲ 'ਚ ਉਹੀ ਹੈ ਜੋ ਉਸ ਨੂੰ ਫਿਤਰੀ ਚੀਜ਼ ਆਮਦ ਹੋ ਰਹੀ ਹੈ ਉਸ 'ਤੇ ਉਹ ਲਿਖ ਰਿਹਾ। ਅੱਛਾ ਸਰ ਜੀ, ਮੈਂ ਅਗਰ ਪੰਜਾਬ ਦੀ ਗੱਲ ਕਰਾਂ ਤੇ ਪੰਜਾਬੀ ਜ਼ਬਾਨ ਦੀ ਗੱਲ ਕਰਾਂ ਤੇ ਸਾਡੇ ਪੰਜਾਬ ਵਿੱਚ ਪੰਜਾਬੀ ਜ਼ਬਾਨ ਨੂੰ ਉਹ ਅਹਿਮੀਅਤ ਨਹੀਂ ਦਿੱਤੀ ਗਈ। ਮੈਂ ਜਿਹੜੀ ਸਮਝਣਾ ਮਸਲ ਸਿੰਧ ਦੇ ਅਸੀਂ ਤਕਾਬਲ ਕਰੀਏ ਜਾਂ ਦੂਸਰੇ ਸੂਬਾਂ ਦਾ, ਤੇ ਜਿਹੜਾ ਵੀ ਅਸੀਂ ਪੰਜਾਬੀ ਹਾਂ ਅਸੀਂ ਉਰਦੂ ਨੂੰ ਸਿੱਖਦੇ ਹਾਂ। ਤੁਸੀਂ ਵੀ ਜਿਹੜੀ ਆਪਣੀ ਤਾਲੀਮ ਦੱਸੀ ਹੈ ਉਸ ਹਵਾਲੇ ਨਾਲ ਵੀ ਅਗਰ ਮੈਂ ਵੇਖਾਂ ਤਾਂ ਤੁਸੀਂ ਪੰਜਾਬੀ ਜ਼ਬਾਨ ਦੀ ਸ਼ਾਇਰੀ ਵੱਲ ਕਿਵੇਂ ਆਏ? ਮੁਤਾਲਾ ਇਹਦਾ ਜ਼ਿਆਦਾ ਸੀ ਜਾਂ ਕੋਈ ਤਹਿਰੀਕ ਸੀ ਜਾਂ ਤੁਹਾਡੀ ਦਿਲਚਸਪੀ ਸੀ? ਜਿਹੜਾ ਪਹਿਲਾ ਸਵਾਲ ਦਾ ਹਿੱਸਾ ਵੇ ਕਿ ਇੱਥੇ ਪੰਜਾਬੀ ਨੂੰ ਉਹ ਵੇਟੇਜ ਨਹੀਂ ਦਿੱਤਾ ਗਿਆ, ਉਹਦੇ ਵਿੱਚ ਇਹ ਹੈ ਕਿ ਦੁਨੀਆ ਦੇ ਅੰਦਰ ਜਿਹੜੀ ਜ਼ੁਬਾਨਾਂ ਬੋਲੀਆਂ ਜਾ ਰਹੀਆਂ ਨੇ ਕਮੋ ਬੇਸ਼ 6000 ਦੇ ਲਗਭਗ ਬੋਲੀਆਂ ਜਾ ਰਹੀਆਂ, ਤੇ ਪੰਜਾਬੀ ਉਹਦੇ ਵਿੱਚ ਕੋਈ 9ਵੇਂ ਨੰਬਰ ਤੇ 8ਵੇਂ 9ਵੇਂ 10ਵੇਂ ਨੰਬਰ ਤੇ ਫਾਲ ਕਰਦੀ। ਤੇ ਪੰਜਾਬੀ ਜ਼ੁਬਾਨ ਇਤਨੀ ਰਿਚ ਜ਼ੁਬਾਨ ਹੈ ਕਿ ਸਾਡੇ ਸੂਫੀ ਸ਼ੌਰਾ ਅਗਰ ਅਸੀਂ ਕਹੀਏ ਕਿ ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ, ਆਨ ਫਕੀਰ ਤੇ ਖਾ ਖਾ ਜਾਵਨ ਰਾਜ਼ੀ ਹੋਵੇ ਬੁੱਲਾ, ਤੇ ਪੈਣਾ ਬੁੱਲੇ ਨੂੰ ਸਮਝਾਵਨ ਆਈਆਂ ਪੈਣਾ ਤੇ ਪਰਜਾਈਆਂ। ਇਹ ਬੁੱਲੇ ਸ਼ਾਹ ਨੂੰ ਅਗਰ ਅਸੀਂ ਵੇਖਦੇ ਹਾਂ, ਵਾਰਿਸ ਸ਼ਾਹ ਦੀ ਅਗਰ ਅਸੀਂ ਹੀਰ ਵਾਰਿਸ ਸ਼ਾਹ ਨੂੰ ਵੇਖਦੇ ਹਾਂ ਪੰਜਾਬੀ 'ਚ ਹੈ, ਉਸ ਹੀਰ ਵਾਰਿਸ ਸ਼ਾਹ ਨੂੰ ਤੁਸੀਂ ਯੂਰਪ ਦੇ ਅਦਬ ਦੇ ਨਾਲ ਇੰਝ ਰੱਖ ਦਿਓ। ਪੰਜਾਬ ਦੀ ਮਦਾਨੀਆਂ ਰਿੜਕਦੀਆਂ ਨੇ ਕਿਵੇਂ, ਪੰਜਾਬ ਕਿਵੇਂ ਸਵੇਰ ਕਿਵੇਂ ਹੁੰਦੀ ਹੈ, ਪੰਜਾਬ 'ਚ ਕਿਸ ਤਰ੍ਹਾਂ ਇੱਕ ਕਲਚਰ ਨੂੰ ਉਹਨਾਂ ਨੇ, ਮੈਂ ਕਹਿ ਰਿਹਾ ਕਿ ਇਸ ਕਿੱਸੇ ਦੇ ਅੰਦਰ ਇਸ ਤਰ੍ਹਾਂ ਉਹਨਾਂ ਨੇ ਉਲੀਕਿਆ ਵੇ ਕਿ ਉਹ ਕਿਸੇ ਵੀ ਯੂਰਪ ਦੇ ਜਿਹੜਾ ਰਿਚੈਸਟ ਜਿਹੜਾ ਲਿਟਰੇਚਰ ਹੈ ਉਹਦੇ ਮੁਕਾਬਲੇ 'ਚ ਪੇਸ਼ ਕੀਤਾ ਜਾ ਸਕਦਾ। ਤੁਸੀਂ ਸੁਲਤਾਨ ਬਾਹੂ ਨੂੰ ਤੁਸੀਂ ਵੇਖ ਲਓ, ਅਲੀਫ ਅੱਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਦ ਲਾਈ ਹੋ। ਕਲਾਸੀਕਲ ਸ਼ੌਰਾ ਨੇ, ਸੂਫੀ ਸ਼ੌਰਾ ਨੇ, ਤੁਸੀਂ ਇਸ 'ਚ ਸ਼ਾਹ ਹੁਸੈਨ ਨੂੰ ਵੇਖ ਲਓ, ਮੀਆਂ ਮੁਹੰਮਦ ਬਖਸ਼ ਨੂੰ ਵੇਖ ਲਓ, ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ। ਬਾਬਾ ਫਰੀਦ ਨੂੰ ਵੇਖ ਲਓ, ਬਾਬਾ ਫਰੀਦ ਨੂੰ ਤੁਸੀਂ ਜਦੋਂ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਤੇ ਇਹ ਸਾਰਾ ਕਲਾਮ ਸਾਨੂੰ ਪੰਜਾਬੀ 'ਚ ਹੀ ਮਿਲਦਾ ਹੈ, ਅੰਗਰੇਜ਼ੀ 'ਚ ਤੇ ਨਹੀਂ ਮਿਲਦਾ। ਤੇ ਇਹ ਪਹਿਲੇ ਸਵਾਲ ਦਾ ਜਵਾਬ ਹੈ ਕਿ ਸਾਡੀ ਸਾਰੀ 5000 ਸਾਲਾ ਹਿਸਟਰੀ ਜਿਹੜੀ ਹੈ ਉਹ ਸਾਨੂੰ ਪੰਜਾਬੀ ਉੱਥੋਂ ਵੀ ਲੱਭਦੀ। ਲੇਕਿਨ ਜਿਹੜਾ ਜ਼ੁਬਾਨਾਂ ਅਗਰ ਮੈਂ ਖਾਬ ਪੰਜਾਬੀ 'ਚ ਵੇਖਣਾ ਤੇ ਮੈਨੂੰ ਪੰਜਾਬੀ 'ਚ ਹੀ ਬੋਲਣਾ ਚਾਹੀਦਾ। ਮੈਨੂੰ ਜਦੋਂ ਤੁਸੀਂ ਦੂਸਰੀ ਜ਼ੁਬਾਨ 'ਤੇ ਮਜਬੂਰ ਕਰੋਗੇ ਤੇ ਉਹ ਮੇਰੇ ਤੋਂ ਗਲਤੀਆਂ ਹੋਣਗੀਆਂ, ਉਹ ਮੇਰੇ ਤੋਂ ਉਹ ਆਪਣਾ ਇਜ਼ਹਾਰ ਖਿਆਲ ਪੂਰੀ ਦਾ ਪੂਰਾ ਨਹੀਂ ਹੋਣਾ ਜੋ ਮੈਂ ਕਰਨਾ ਚਾਹ ਰਿਹਾ। ਇਹ ਪਹਿਲੇ ਸਵਾਲ ਦਾ ਜਵਾਬ ਹੈ ਕਿ ਸਾਡੀ ਇਸ ਜ਼ੁਬਾਨ ਦੇ ਨਾਲ ਨਾ ਉਹ ਕੋਈ ਬਿਹਤਰ ਸਲੂਕ ਨਹੀਂ ਸੀ ਕੀਤਾ ਗਿਆ। ਤੁਸੀਂ ਆਪ ਦੱਸਿਆ ਸਿੰਧ ਦੇ ਵਿੱਚ ਦੋ ਸਿੰਧੀ ਆਪਸ 'ਚ ਕਦੇ ਤੀਸਰੀ ਜ਼ੁਬਾਨ 'ਚ ਗੱਲ ਨਹੀਂ ਕਰਨਗੇ। ਇਸੇ ਤਰ੍ਹਾਂ ਪਖਤੂਨ ਦੋ ਕਦੇ ਵੀ ਗੈਰ ਜ਼ੁਬਾਨ 'ਚ ਆਪਸ 'ਚ ਨਹੀਂ ਗੱਲ ਕਰਨਗੇ। ਬਲੋਚੀ ਵੀ ਐਵੇਂ ਹੈ।
ਸਾਡਾ ਇੱਕ ਮਾਮਲਾ ਹੈ ਕਿ ਅਸੀਂ ਦੂਸਰੇ ਨਾਲ ਕਿਸੇ ਹੋਰ ਜ਼ੁਬਾਨ, ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਲੇਕਿਨ ਉਹ ਇਸ ਲਈ ਹੈ ਨਾ ਕਿ ਜਦੋਂ ਇੱਕ ਸੂਬੇ ਦਾ ਸ਼ਖਸ ਕਿਸੇ ਦੂਸਰੇ ਸੂਬੇ ਨਾਲ ਗੱਲ ਕਰੇ ਤੇ ਉਹਨਾਂ ਦਾ ਆਪਸ 'ਚ ਰਾਬਤਾ ਹੋ ਜਾਏ। ਲੇਕਿਨ ਤੁਸੀਂ ਪੰਜਾਬੀ ਆਪਸ 'ਚ ਵੀ ਤੁਸੀਂ ਸ਼ਰਮਿੰਦਾ ਮਹਿਸੂਸ ਕਰੋ ਆਪਣੇ ਆਪ ਨੂੰ, ਆਪਸ 'ਚ ਕੰਪਲੈਕਸ ਹੋਵੇ, ਕਿਤਨੀ ਯਾਰ ਅਫਸੋਸ ਦੀ ਗੱਲ। ਤੁਸੀਂ ਕਿਹਾ ਅਸੀਂ ਕਿਸੇ ਪ੍ਰਦੇਸ਼ 'ਚੋਂ ਆਏ ਹਾਂ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਅਸੀਂ ਪੰਜਾਬੀ, ਮਾਂ ਪਿਓ ਸਾਡੇ ਪੰਜਾਬੀ ਬੋਲਣ ਵਾਲੇ, ਤੇ ਸਾਨੂੰ ਪੰਜਾਬੀ 'ਚ ਫਖਰ ਨਾਲ ਗੱਲ ਕਰਨੀ ਚਾਹੀਦੀ, ਚਾਹੇ ਅਸੀਂ PhD ਕਰ ਲਈਏ, ਚਾਹੇ ਅਸੀਂ ਜਿੱਥੇ ਪਹੁੰਚ ਜਾਈਏ। ਕਿਉਂਕਿ ਇੱਕ ਹੋਰ ਗੱਲ ਹੈ ਕਿ ਮੈਂ ਬਹੁਤ ਜਗ੍ਹਾ ਤੇ ਕਿਹਾ ਕਿ ਧਰਤੀ ਛੱਡ ਕੇ ਭਾਵੇਂ ਸਜਣਾ ਚੰਨ ਤੇ ਜਾ ਖਲੋ, ਤੇਰੇ ਅੰਦਰੋਂ ਮਰ ਨਹੀਂ ਸਕਦੀ ਮਿੱਟੀ ਦੀ ਖੁਸ਼ਬੂ। ਤੇ ਇਹ ਮਿੱਟੀ ਤੁਹਾਡੀ ਪੰਜਾਬੀ ਹੈ, ਇਹਦੀ ਖੁਸ਼ਬੂ ਮਰ ਹੀ ਨਹੀਂ ਸਕਦੀ। ਤੁਸੀਂ ਅਮਰੀਕਾ ਚਲੇ ਜਾਓ, ਲੇਕਿਨ ਸੋਚੋਗੇ ਪੰਜਾਬੀ 'ਚ, ਪੰਜਾਬ ਦਾ ਕਲਚਰ ਤੁਹਾਨੂੰ ਕਦੇ ਵੀ ਨਹੀਂ ਭੁੱਲ ਸਕਦਾ। ਸਰ ਤੁਸੀਂ ਹੁਣੇ ਹੀ ਕੁਝ ਤਾਰੀਖੀ ਨਾਮਾਂ ਦਾ ਜ਼ਿਕਰ ਕਰ ਰਹੇ ਸੀ, ਇਹ ਤਾਰੀਖੀ ਨਾਮਾਂ ਵਿੱਚੋਂ ਤੁਹਾਨੂੰ ਫਨ ਦੇ ਇਤਬਾਰ ਨਾਲ, ਪੈਗਾਮ ਦੇ ਇਤਬਾਰ ਨਾਲ ਕਿਹੜੇ ਸ਼ਾਇਰ ਨੇ ਜ਼ਿਆਦਾ ਮੁਤਾਸਰ? ਫਨ ਦੇ ਇਤਬਾਰ ਨਾਲ ਮੈਂ ਦੱਸਿਆ ਵਾਰਿਸ ਸ਼ਾਹ ਨੇ ਮੁਤਾਸਰ ਕੀਤਾ, ਤੇ ਜਿਹੜਾ ਪੈਗਾਮ ਦੇ ਨਾਲ ਮੈਨੂੰ ਜਿਹੜਾ ਹੈ ਮੀਆਂ ਮੁਹੰਮਦ ਬਖਸ਼ ਜਿਹੜਾ ਹੈ ਉਸਨੇ ਮੈਨੂੰ ਇਨਸਪਾਇਰ ਕੀਤਾ ਜੀ। ਤੁਸੀਂ ਅਗਰ ਸ਼ਾਇਰ ਨਾ ਹੁੰਦੇ ਤਾਂ ਕੀ ਹੁੰਦੇ? ਸ਼ਾਇਰ ਨਾ ਹੁੰਦੇ ਤਾਂ ਮੈਂ ਫਿਰ ਵੀ ਦੱਸਿਆ ਕਿ ਇਹ ਕੋਈ ਕੋਸ਼ਿਸ਼ ਨਾਲ ਤੇ ਬਣਿਆ ਹੀ ਨਹੀਂ ਗਿਆ। ਇਹ ਤੇ ਐਵੇਂ ਹੈ ਕਿਸੇ ਤੋਂ ਪੁੱਛਿਆ ਜਾਏ ਕਿ ਅਗਰ ਤੁਸੀਂ ਬੰਦਾ ਨਾ ਹੁੰਦੇ ਤਾਂ ਕੀ ਹੁੰਦੇ, ਮਤਲਬ ਉਸ ਨੂੰ ਇੱਕ ਚੀਜ਼ ਦਾ ਪਤਾ ਹੀ ਨਹੀਂ ਹੈ ਕੀ ਹੋਣਾ ਸੀ, ਕਿਉਂਕਿ ਉਹ ਚੀਜ਼ ਤੇ ਸ਼ਾਇਰੀ ਤੇ ਬਾਏ ਬਰਥ ਹੈ। ਕੋਸ਼ਿਸ਼ ਨਾਲ ਅਗਰ ਮੈਂ ਕਰਦਾ, ਕੋਈ ਤੁਸੀਂ ਕਹਿੰਦੇ ਕਿ ਟੀਚਰ ਨਾ ਹੁੰਦੇ ਤੇ ਕੀ ਹੁੰਦੇ, ਤੇ ਫਿਰ ਮੈਂ ਦੱਸਦਾ ਕਿ ਮੈਂ ਕੋਈ ਪ੍ਰਾਈਵੇਟ ਸੈਕਟਰ 'ਚ NGO 'ਚ ਜਾਣਾ ਪਸੰਦ ਕਰਦਾ। ਤੁਸੀਂ ਕ੍ਰਿਕਟ ਨਾ ਖੇਲਦੇ ਤਾਂ ਕਿਹੜੀ ਖੇਡ ਖੇਡਦੇ, ਉਦੋਂ ਫਿਰ ਮੈਂ ਕਹਿੰਦਾ ਕਿ ਜੀ ਮੈਨੂੰ ਇਹ ਫੁੱਟਬਾਲ ਚੰਗੀ ਲੱਗਦੀ ਹੈ। ਇਹ ਤੇ ਬਾਏ ਬਰਥ ਦੀ ਚੀਜ਼ ਹੈ, ਨਾ ਹੁੰਦਾ ਤੇ ਫਿਰ ਮੈਂ ਸ਼ਾਇਦ ਆਮ ਲੋਕਾਂ ਤਰ੍ਹਾਂ ਹੀ ਫਿਰਨਾ ਸੀ ਖੁਸ਼ਹਾਲ। ਹੁਣ ਤੱਕ ਕਿੰਨੇ ਸ਼ਾਇਰੀ ਮਜਮੂਏ ਛਪ ਚੁੱਕੇ ਨੇ? ਜਿਹੜੇ ਪ੍ਰੋਪਰ ਮੇਰੇ ਨਾਮ ਤੋਂ ਛਪੇ ਨੇ ਉਹ 3 ਨੇ, 2 ਪਾਕਿਸਤਾਨ 'ਚ, 1 ਇੰਡੀਆ 'ਚ। ਇੱਕ ਕਲੈਕਸ਼ਨ ਛਪੀ ਹੈ, ਉਹਦੇ ਵਿੱਚ 8-10 ਸ਼ੌਰਾ ਦਾ ਕਲਾਮ ਛਾਪਿਆ ਗਿਆ ਇੰਡੀਆ 'ਚ, ਉਸ 'ਚ ਇੱਕ ਮੇਰਾ ਕਲਾਮ ਵੀ ਛਾਪੇਗਾ। ਜਿਹੜਾ ਮੇਰੀ ਜ਼ੇਰੇ ਤਬਾ ਕਿਤਾਬਾਂ ਹਨ ਉਹ ਮੈਂ ਕੁਝ ਅੱਜ ਕੱਲ੍ਹ ਸਾਂਝਾ ਪੰਜਾਬ ਜਿਹੜਾ ਚੈਨਲ ਹੈ ਇਹਦੇ 'ਚ ਜ਼ਿਆਦਾ ਮਸਰੂਫ ਹੋਇਆ, ਤੇ ਮੇਰਾ ਉਹ ਕੰਮ ਥੋੜ੍ਹਾ ਜਿਹਾ ਡਿਸਟਰਬ ਹੋਇਆ। ਲੇਕਿਨ ਮੇਰੀ ਕਿਤਾਬ ਇੱਕ ਸ਼ਾਇਰੀ ਦੀ ਤਿਆਰ ਹੈ, ਤੇ ਇੱਕ ਮੇਰੀ ਕਿਤਾਬ ਮਜ਼ਾਮੀਨ ਦੀ ਤਿਆਰ ਹੈ। ਬਹਾਵਲ ਨਗਰ ਦੇ ਪੰਜਾਬੀ ਅਦਬ ਤੇ ਮੈਂ ਮਜ਼ਾਮੀਨ ਲਿਖ ਰਿਹਾ, ਅਸਾਂ ਚੁੱਪ ਨਹੀਂ ਵਟਣੀ ਧਰਤੀ ਦੇ ਨਾਮ ਤੋਂ। ਤੁਸੀਂ ਕੁਝ ਜ਼ਿਕਰ ਪਹਿਲੇ ਕੀਤਾ, ਲੇਕਿਨ ਮੈਂ ਦੁਬਾਰਾ ਉਹਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਤੁਹਾਡੀ ਮਕਬੂਲ ਕਿਤਾਬ ਜੀਂਦੀਆਂ ਮਰਦੀਆਂ ਆਸਾਂ ਤੇ ਇਸ ਤੇ ਐਵਾਰਡਸ ਵਗੈਰਾ ਮਿਲੇ, ਕਿੱਥੋਂ ਐਵਾਰਡ ਮਿਲੇ, ਕਿੰਨੇ ਐਵਾਰਡ ਮਿਲੇ ਤੇ ਕੀ ਪਜ਼ੀਰਾਈ ਇਹਦੀ ਹੋਈ, ਉਸ ਵਾਲੇ ਨਾਲ? ਪਾਕਿਸਤਾਨ ਦਾ ਇੱਕ ਪੰਜਾਬੀ ਦਾ ਬੜਾ ਮੋਤਬਰ ਐਵਾਰਡ ਹੈ ਜਿਹੜਾ ਕਿ ਇੱਕ ਲੋਕ ਫਖਰ ਮਹਿਸੂਸ ਕਰਦੇ ਨੇ। ਬਹਾਵਲ ਨਗਰ 'ਚ ਅਗਰ ਅਸੀਂ ਝਾਤੀ ਮਾਰੀਏ ਸ਼ਾਇਰੀ 'ਚ, ਤੇ ਮੈਨੂੰ ਉਹ ਤਹਿਸੀਲ ਬਹਾਵਲ ਨਗਰ 'ਚ 2 ਲੋਕ ਮਿਲਦੇ ਨੇ, ਇੱਕ ਸਲੀਮ ਸ਼ਹਿਜ਼ਾਦ ਸਾਹਿਬ, ਦੂਸਰੀ ਜਿਹੜਾ ਹੈ ਉਹ ਮੇਰੀ ਨੋਮੀਨੇਸ਼ਨ ਮੈਨੂੰ ਮਿਲਿਆ। ਬਹਾਵਲ ਨਗਰ ਡਿਸਟ੍ਰਿਕਟ 'ਚ ਵੇਖੀਏ ਤੇ ਚਿਸ਼ਤੀਆਂ ਦੇ ਵਿੱਚੋਂ ਹੁੰਦੇ ਸਨ ਪ੍ਰੋਫੈਸਰ ਅਨਵਰ ਜਮੀਲ ਸਾਹਿਬ, ਉਹਨਾਂ ਨੂੰ ਸ਼ਾਇਰੀ ਦੀ ਕਿਤਾਬ ਦਾ ਮਿਲਿਆ। ਤੇ ਇਹ ਬਹੁਤ ਮਕਬੂਲ ਐਵਾਰਡ ਹੈ ਪੰਜਾਬੀ ਦਾ। ਇਹ ਮੈਨੂੰ ਮਿਲਿਆ ਸੀ ਤੇ ਮੈਂ ਸਮਝਿਆ ਕਿ ਮੈਂ ਕਿਤਾਬ ਦਾ ਹੱਕ ਕਦਰੇ ਅਦਾ ਹੋ ਗਿਆ। ਬਾਕੀ ਐਵਾਰਡ ਜਿਹੜਾ ਨੇ ਤੁਹਾਡੀ ਸੋਚ ਤੇ ਤੁਹਾਡੀ ਸ਼ਾਇਰੀ ਦਾ ਪੈਰਾਮੀਟਰਸ ਨਹੀਂ ਨੇ ਜੀ। ਬਹੁਤ ਸਾਰੇ ਲੋਕ ਨੇ ਬਹੁਤ ਉਮਦਾ ਲਿਖਣ ਵਾਲੇ, ਲੇਕਿਨ ਉਹ ਐਵਾਰਡਸ ਲਈ ਬੁੱਕਸ ਹੀ ਨਹੀਂ ਭੇਜਦੇ, ਤੇ ਉਹਨਾਂ ਨੂੰ ਕਿਵੇਂ ਮਿਲੇਗਾ? ਤੇ ਲੇਕਿਨ ਫਿਰ ਵੀ ਐਵਾਰਡਸ ਮੈਨੂੰ ਕੋਈ 10 ਦੇ ਕਰੀਬ ਮਿਲੇ, ਜਿਨ੍ਹਾਂ 'ਚ ਬਾਬਾ ਫਰੀਦ ਅਦਬੀ ਐਵਾਰਡ ਹੈ, ਦਿਲ ਦਰਿਆ ਪਾਕਿਸਤਾਨ ਹੈ, ਮਹਿਕਾ ਅਦਬੀ ਐਵਾਰਡ ਹੈ, ਜਾਂ ਇਸ਼ਕ ਲਹਿਰ ਐਵਾਰਡ ਹੈ, ਅਲਫਾਨੂਸ ਐਵਾਰਡ ਹੈ ਬੈਨ ਅਲ-ਅਕਵਾਮ। ਇਹਨਾਂ ਦੇ ਮੁਖਤਲਿਫ ਇਸ ਤਰ੍ਹਾਂ ਦੇ ਕੋਈ ਮੇਰੇ ਖਿਆਲ 10 ਦੇ ਕਰੀਬ ਐਵਾਰਡਸ ਹਨ ਜਿਹੜੇ ਮਿਲੇ ਨੇ। ਤੁਸੀਂ YouTube ਤੇ ਚੈਨਲ ਬਣਾਇਆ ਸਾਂਝਾ ਪੰਜਾਬ, ਜਿਸ ਤਰ੍ਹਾਂ ਦੇਖਦੇ ਸਾਨੂੰ ਨਜ਼ਰ ਆ ਰਿਹਾ ਹੈ। ਸਾਂਝਾ ਪੰਜਾਬ ਇਹ ਇੱਕ ਤਾਂ ਹੈ ਜੀ ਲਫ਼ਜ਼ਾਂ ਦੀ ਹੱਦ ਤੱਕ, ਜੁਗਰਾਫੀਆਈ ਤੌਰ ਤੇ ਵੀ ਸਾਂਝਾ ਪੰਜਾਬ ਦੀ ਕੋਈ ਖਾਹਿਸ਼ ਤੁਸੀਂ ਰੱਖਦੇ ਹੋ, ਜਾਂ ਅਦਬ ਦੇ ਹਵਾਲੇ ਨਾਲ ਸ਼ਾਇਰੀ ਦੇ ਹਵਾਲੇ ਤੱਕ ਹੀ ਹੈ? ਨਹੀਂ, ਜੁਗਰਾਫਿਕਲੀ ਤੇ ਪੋਸੀਬਲ ਨਹੀਂ ਹੈ, ਕਿਉਂਕਿ ਜਦੋਂ ਵੰਡ ਹੋ ਗਈ ਸੀ ਤੇ ਵੰਡ ਤੋਂ ਬਾਅਦ ਤੁਹਾਡੀ ਜਜ਼ਬਾਤ ਤਾਂ ਹੋ ਸਕਦੇ ਨੇ, ਇੱਧਰ ਦੇ ਉੱਧਰ, ਉੱਧਰ ਦੇ ਉੱਧਰ ਰਹਿ ਗਏ, ਲੇਕਿਨ ਤਾਲੁਕਾਤ ਰਿਸ਼ਤੇ ਉਵੇਂ ਨੇ।
ਲੇਕਿਨ ਸਾਂਝਾ ਪੰਜਾਬ ਦਾ ਮੇਰਾ ਜਿਹੜਾ ਮਕਸਦ ਹੈ ਉਹ ਸਾਡੇ ਕਲਚਰ ਦਾ ਹੈ, ਸਾਡੇ ਪੰਜਾਬੀ ਅਦਬ ਦਾ ਹੈ, ਉਹ ਸਾਡੇ ਰਹਿਣ ਸਹਿਣ ਦਾ ਹੈ। ਸਾਡਾ ਕਲਚਰ ਕੋਈ ਮੁਖਤਲਿਫ, ਸਾਡੀ ਫਿਲਮ ਇੰਡਸਟਰੀ ਵੇਖੀ ਜਾਏ ਤੇ ਉਹ ਜ਼ੁਬਾਨ ਇੱਕੋ ਹੀ ਹੈ। ਸਾਡੇ ਵਿਆਹ ਤਕਰੀਬਨ ਉਵੇਂ ਹੀ ਹੁੰਦੇ ਸਨ ਜਿਵੇਂ ਉੱਥੇ ਹੁੰਦੇ ਸਨ। ਸਾਡਾ ਮੇਰਾ ਮੇਨ ਮਕਸਦ ਜਿਹੜਾ ਹੈ ਨਾ, ਉਧਰ ਤੇ ਇੱਧਰ ਦੇ ਪੰਜਾਬੀ ਅਦਬ ਨੂੰ, ਜਿਸ ਤਰ੍ਹਾਂ ਮੈਂ ਇੱਥੇ ਵੀ ਬਾਬਾ ਗੁਰੂ ਨਾਨਕ ਦਾ ਤੇ ਡਾਕੂਮੈਂਟਰੀ ਬਣਾਈ, ਇਸ ਤੋਂ ਇਲਾਵਾ ਸ਼ਿਵ ਕੁਮਾਰ ਤੇ ਮੈਂ ਬਹੁਤ ਕੰਮ ਕਰ ਰਿਹਾ। ਇਸ ਲਈ ਪ੍ਰਵੀਨ ਇਹਦੇ ਹੈ ਆਪਣਾ ਅਮਰਤਾ ਪ੍ਰੀਤਮ ਤੇ ਕਰ ਰਿਹਾ ਉਧਰੋਂ। ਫਿਰ ਪ੍ਰੋਫੈਸਰ ਮਨਮੋਹਨ ਸਿੰਘ ਨੇ, ਇਸੇ ਤਰ੍ਹਾਂ ਪਾਕਿਸਤਾਨ ਦੇ ਕਲਾਸੀਕਲ ਸ਼ੋਰਾਂ ਨੇ। ਮੈਂ ਇਹਨਾਂ ਦੇ ਅਦਬ ਨੂੰ ਪੇਸ਼ ਕਰਨਾ ਸੀ ਇਕੱਠਾ, ਇਸ ਲਈ ਮੈਂ ਸਾਂਝਾ ਪੰਜਾਬ ਦੇ ਨਾਲ। ਸਰ, ਸਾਡੇ ਨਾਜ਼ਰੀਨ ਵਾਸਤੇ ਤੁਸੀਂ ਆਖਰ ਤੇ ਕੀ ਪੈਗਾਮ ਦੇਣਾ ਚਾਹੋਗੇ? ਪੈਗਾਮ ਇਹੀ ਮੁਹੱਬਤਾਂ ਦਾ ਹੈ ਕਿ ਜੀ ਕਿ ਦਿਨ ਮਹੀਨਾ ਸਾਲ ਮੁਹੱਬਤ, ਵਾਹ ਬਈ ਵਾਹ। ਦਿਨ ਮਹੀਨਾ ਸਾਲ ਮੁਹੱਬਤ, ਵਾਹ ਬਈ ਵਾਹ। ਹਰ ਇੱਕ ਪਲ ਦੇ ਨਾਲ ਮੁਹੱਬਤ, ਵਾਹ ਬਈ ਵਾਹ। ਤੇ ਇੱਕੋ ਥਾਂ ਤੇ ਲੱਭ ਗਈਆਂ ਨੇ ਮੁਰਸ਼ਦ ਜੀ, ਦਾਰੂ ਰੋਟੀ ਦਾਲ ਮੁਹੱਬਤ, ਵਾਹ ਬਈ ਵਾਹ। ਤੇ ਕੱਲ ਇੱਕ ਸੁਪਨਾ ਵੇਖ ਕੇ ਅੱਗਾਂ ਮਚ ਗਈਆਂ, ਸੁਰਖੀ ਬੁੱਲੀਆਂ ਵਾਲ ਮੁਹੱਬਤ, ਵਾਹ ਬਈ ਵਾਹ। ਤੇ ਦਿਲ ਸ਼ਰਾਬੀ ਰੋਜ਼ ਇੱਕ ਬੋਤਲ ਮੰਗਦਾ ਹੈ, ਨਸ਼ਿਆਂ ਵਰਗਾ ਜਾਲ ਮੁਹੱਬਤ, ਵਾਹ ਬਈ ਵਾਹ। ਤੇ ਆਖਰ ਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਇਸ ਸ਼ੇਰ ਦੇ ਰਾਹੀਂ ਪੈਗਾਮ ਦੇਣਾ ਚਾਹਾਂਗਾ ਕਿ ਨਫ਼ਰਤ ਟਕਰਾ ਮਾਰ ਕੇ ਆਪੇ ਮਰ ਜਾਣੀ, ਨਫ਼ਰਤ ਟਕਰਾ ਮਾਰ ਕੇ ਆਪੇ ਮਰ ਜਾਣੀ, ਲੋਹੇ ਵਰਗੀ ਢਾਲ ਮੁਹੱਬਤ, ਵਾਹ ਬਈ ਵਾਹ। ਬਸ ਇਹ ਮੁਹੱਬਤਾਂ ਨੂੰ ਜ਼ਿੰਦਾ ਰੱਖੋ। ਕਿਸੇ ਦੀ ਵੀ ਇਨਸਲਟ ਕਰਨ ਤੋਂ ਪਹਿਲਾਂ ਲਫ਼ਜ਼ ਮੁਹੱਬਤ ਜਿਹੜੀ ਹੈ, ਇਸ ਨੂੰ ਆਪਣੇ ਲੜ ਨਾਲ ਅਗਰ ਬੰਨ੍ਹ ਲਿਆ ਸੀ ਤੇ ਕਈ ਸਾਰੀ ਲੜਾਈਆਂ ਜਿਹੜੀਆਂ ਨੇ ਨਾ ਉਹ ਮੁੱਕ ਜਾਣਗੀਆਂ। ਤੁਹਾਡਾ ਵੀ ਸ਼ੁਕਰੀਆ ਜੀ, ਤੁਹਾਡੇ ਚੈਨਲ ਦਾ ਵੀ ਸ਼ੁਕਰੀਆ, ਤੇ ਤੁਹਾਡੇ ਚੈਨਲ ਦੇ ਨਾਲ ਜੁੜੇ ਹੋਏ ਲੋਕਾਂ ਦਾ ਵੀ ਸ਼ੁਕਰੀਆ। ਤੇ ਲੋਕਾਂ ਅੱਗੇ ਵੀ ਦਰਖਾਸਤ ਹੈ ਕਿ ਤੁਹਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਚ ਕਰਨ, ਸਬਸਕ੍ਰਾਈਬ ਕਰਨ, ਲਾਈਕ ਕਰਨ, ਵੇਖਣ। ਜਿਉਂਦੇ ਰਹੋ ਜੀ, ਵਸਦੇ ਰਹੋ।